ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਦੋਸ਼ੀਆਂ ਦੇ ਅਧਿਕਾਰਾਂ ਸੰਬੰਧੀ ਕਾਨੂੰਨ ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਸਾਡੇ ਵਿੱਚ ਹਾਜ਼ਰ ਨੇ। ਸਾਡੇ ਮਾਹਰ ਨੇ ਐਡਵੋਕੇਟ ਸ਼੍ਰੀ ਰਾਹੁਲ ਰਾਮਪਾਲ ਸ਼ਰਮਾ ਜੀ। ਐਡਵੋਕੇਟ ਸਾਹਿਬ, ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਵਕੀਲ ਸਾਹਿਬ, ਸਾਡੇ ਦਰਸ਼ਕਾਂ ਨੂੰ ਇਸ ਗੱਲ ਦੇ ਉੱਤੇ ਜਾਣਕਾਰੀ ਦਿਓ ਕਿ ਦੋਸ਼ੀ ਦੀ ਪਰਿਭਾਸ਼ਾ ਕੀ ਹੈ ਜੀ। ਦੇਖੋ ਜੀ, ਜੇ ਆਪਾਂ ਗੱਲ ਕਰੀਏ ਦੋਸ਼ੀ ਦੀ ਪਰਿਭਾਸ਼ਾ ਦੀ, ਪਹਿਲਾਂ ਇਸ ਤੋਂ ਇੱਕ ਹੋਰ ਗੱਲ ਜਿਹੜੀ ਮੈਂ ਦੱਸਣਾ ਚਾਹਾਂਗਾ। ਦੋਸ਼ੀ ਤੇ ਅਪਰਾਧੀ ਇਹ ਦੋ ਅੱਖਰ ਨੇ ਜੀ। ਦੋਸ਼ੀ ਉਹ ਹੈ ਜਿਹਦੇ ਖਿਲਾਫ ਕੋਈ ਕੰਪਲੇਂਟ ਜਾਂ FIR ਦਰਜ ਹੋਈ ਹੈ, ਜਿਸ ਉੱਪਰ ਦੋਸ਼ ਲਗਾਏ ਗਏ ਹਨ, ਪਰ ਉਹ ਦੋਸ਼ ਕਿਸੇ ਵੀ ਮਾਨਯੋਗ ਅਦਾਲਤ ਵੱਲੋਂ ਸਾਬਿਤ ਨਹੀਂ ਕੀਤੇ ਗਏ। ਜਿੰਨੀ ਦੇਰ ਤੱਕ ਉਹਦੇ ਦੋਸ਼ ਸਾਬਤ ਨਹੀਂ ਕੀਤੇ ਜਾਂਦੇ, ਉਨੀ ਦੇਰ ਤੱਕ ਉਹਨੂੰ ਦੋਸ਼ੀ ਕਿਹਾ ਜਾਏਗਾ। ਜਦੋਂ ਉਹਦੇ ਦੋਸ਼ ਉਹਦੇ ਖਿਲਾਫ ਕਿਸੇ ਮਾਨਯੋਗ ਅਦਾਲਤ 'ਚ ਸਾਬਤ ਹੋ ਜਾਂਦੇ ਨੇ, ਫਿਰ ਉਹਨੂੰ ਜਿਹੜਾ ਅਪਰਾਧੀ ਕਿਹਾ ਜਾਏਗਾ। ਇਹ ਵਕੀਲ ਸਾਹਿਬ, ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਦੋਸ਼ੀ ਤੇ ਅਪਰਾਧੀ ਇਹ ਦੋਨੋਂ ਪਰਿਭਾਸ਼ਾਵਾਂ ਵਿੱਚ ਫਰਕ ਹੈ ਜੀ। ਹੁਣ ਆਪਾਂ ਥੋੜਾ ਜਿਹਾ ਸਿਲਸਿਲੇ ਨੂੰ ਹੋਰ ਅੱਗੇ ਵਧਾਉਂਦੇ ਤਾਂ ਦਰਸ਼ਕਾਂ ਦੇ ਨਾਲ ਆ ਜਾਣਕਾਰੀ ਸਾਂਝੀ ਕਰੋ ਕਿ ਜਦ ਵੀ ਕੋਈ ਦੋਸ਼ੀ ਵਿਅਕਤੀ ਜਿਹਨੂੰ ਕਿਹਾ ਜਾਂਦਾ ਹੈ ਜੀ, ਇੱਕ ਤਾਂ ਹੈ ਕਿ ਦੋਸ਼ੀ ਕਰਾਰ ਕਰ ਦਿੱਤਾ ਗਿਆ, ਪੁਲਿਸ ਨੇ ਉਹਨੂੰ ਹਿਰਾਸਤ ਵਿੱਚ ਲੈ ਲਿਆ। ਜੀ ਜੀ। ਕਈ ਵਾਰ ਆ ਹੁੰਦਾ ਕੋਈ ਇਹੋ ਜਿਹੇ ਕੇਸ ਹੁੰਦੇ ਜਿਹਦੇ ਵਿੱਚ ਹਿਰਾਸਤ ਨਹੀਂ ਲਿਆ ਜਾਂਦਾ ਪਰ ਉਹਦਾ ਉਹ ਦੋਸ਼ੀ ਹੁੰਦਾ ਹੈ। ਆਪਾਂ ਪਹਿਲੇ ਉਸ ਵਿਅਕਤੀ ਦੀ ਗੱਲ ਕਰਾਂਗੇ ਜਿਹੜਾ ਹਿਰਾਸਤ ਵਿੱਚ ਨਹੀਂ ਹੈ ਪਰ ਉਹ ਦੋਸ਼ੀ ਹੈ। ਉਸ ਵੇਲੇ ਉਸ ਦੋਸ਼ੀ ਦੇ ਕੀ ਅਧਿਕਾਰ ਹਨ ਜੀ? ਇੱਕ ਸਾਡੇ ਬਹੁਤ ਹੀ ਰੈਪੂਟੇਡ ਜੂਰਿਸਟ ਹੋਏ ਨੇ ਕ੍ਰਿਸ਼ਨਾ ਅਈਅਰ ਜੀ। ਉਹਨਾਂ ਨੇ ਨਾ ਬੜੀ ਵਾਰੀ ਆਪਣੀ ਵਰਡਿਕਟਸ ਕੋਡ ਕੀਤਾ, ਕਈ ਵਾਰੀ ਕੋਡ ਕੀਤੀਆਂ ਗੱਲਾਂ। ਉਹਦੇ ਵਿੱਚੋਂ ਇੱਕ ਗੱਲ ਮੈਂ ਸਾਂਝੀ ਕਰਨਾ ਚਾਹੁੰਦਾ। ਉਹ ਅਕਸਰ ਕੋਡ ਕਰਿਆ ਕਰਦੇ ਸੀ ਕਿ ਭਾਵੇਂ 100 ਗੁਨਾਹਗਾਰ ਬਰੀ ਹੋ ਜਾਣ ਪਰ ਇੱਕ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਉਹ ਤੋਂ ਹੀ ਗੱਲ ਸ਼ੁਰੂ ਹੁੰਦੀ ਹੈ ਦੋਸ਼ੀ ਦੇ ਅਧਿਕਾਰਾਂ ਦੀ। ਜੇ ਕੋਈ ਵੀ ਪੁਲਿਸ ਅਫਸਰ ਕਿਸੇ ਵੀ ਦੋਸ਼ੀ ਨੂੰ ਜਾਂ ਕਿਸੇ ਬੰਦੇ ਨੂੰ ਅਰੈਸਟ ਕਰਦਾ ਹੈ ਤੇ ਉਹਦਾ ਸਭ ਤੋਂ ਪਹਿਲਾ ਅਧਿਕਾਰ ਦੋਸ਼ੀ ਦਾ ਇਹ ਹੈ ਕਿ ਉਹਨੂੰ ਪੁਲਿਸ ਅਫਸਰ, ਅਰੈਸਟਿੰਗ ਅਫਸਰ ਇਹ ਦੱਸੇ ਕਿ ਉਹਨੂੰ ਕਿਹੜੇ ਗੁਨਾਹ ਤੇ ਅਰੈਸਟ ਕੀਤਾ ਗਿਆ ਹੈ, ਉਹਦੇ ਖਿਲਾਫ ਕਿਹਨੇ ਕੰਪਲੇਂਟ ਦਿੱਤੀ ਹੈ, ਕੀ ਉਹਦੇ ਖਿਲਾਫ ਧਾਰਾਵਾਂ ਨੇ। ਉਸ ਤੋਂ ਬਾਅਦ ਜੇ ਉਹਨੂੰ ਅਰੈਸਟ ਕੀਤਾ ਜਾਂਦਾ ਹੈ ਤੇ ਉਹਦੇ ਜਿਹੜੇ ਕੋਈ ਰਿਸ਼ਤੇਦਾਰ, ਕੋਈ ਰਿਲੇਟਿਵ ਨੂੰ ਉਹਨਾਂ ਦਾ ਇਨਫੋਰਮ ਕਰਨ ਦਾ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਹਾਡਾ ਅਸੀਂ ਸੱਜਣ ਜਾਂ ਤੁਹਾਡਾ ਅਸੀਂ ਰਿਲੇਟਿਵ ਅੱਜ ਇਸ ਕ੍ਰਾਈਮ 'ਚ ਅਰੈਸਟ ਕੀਤਾ ਹੈ। ਇਹ ਵਕੀਲ ਸਾਹਿਬ, ਜਿੱਦਾਂ ਤੁਸੀਂ ਦੱਸਿਆ ਕਿ ਜਦ ਵੀ ਕਿਸੇ ਦੋਸ਼ੀ ਦੇ ਖਿਲਾਫ ਕਾਰਵਾਈ ਹੋਣੀ ਹੈ, ਕਿਸੇ ਪੁਲਿਸ ਅਫਸਰ ਨੇ ਕਰਨੀ ਹੈ ਤਾਂ ਕਿਹੜੀਆਂ-ਕਿਹੜੀਆਂ ਖਾਸ ਤੌਰ ਤੇ ਗੱਲਾਂ ਦਾ ਖਿਆਲ ਰੱਖਣਾ ਹੈ। ਪਰ ਆਮ ਤੌਰ ਤੇ ਸਾਡੇ ਸਮਾਜ ਦੇ ਵਿੱਚ ਇੱਕ ਪਰਿਭਾਸ਼ਾ ਬਣੀ ਹੋਈ ਹੈ ਕਿ ਜਦ ਕਿਸੇ ਵਿਅਕਤੀ ਨੂੰ ਦੋਸ਼ੀ ਕਰਾਰ ਕਰ ਦਿੱਤਾ ਜਾਂਦਾ ਹੈ ਤਾਂ ਇਹਦਾ ਮਤਲਬ ਹੈ ਕਿ ਉਸ ਦੀ ਪੁਲਿਸ ਵੱਲੋਂ ਜਿਹੜੀ ਅਰੈਸਟ ਨਿਸ਼ਚਿਤ ਹੀ ਹੈ ਜੀ। ਥੋੜਾ ਜਿਹਾ ਇਸ ਗੱਲ ਦੇ ਉੱਤੇ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ ਕਿ ਕੋਈ ਇਹੋ ਜਿਹੇ ਵੀ ਜੁਰਮ ਹਨ ਕਿ ਜਿਨ੍ਹਾਂ ਦੇ ਵਿੱਚ ਅਰੈਸਟ ਨਹੀਂ ਕਰਨੀ ਹੁੰਦੀ ਪੁਲਿਸ ਨੇ, ਜਾਂ ਕੋਈ ਇਹੋ ਜਿਹੇ ਜੁਰਮ ਹਨ ਜਿਨ੍ਹਾਂ ਦੇ ਵਿੱਚ ਅਰੈਸਟ ਕਰਨ ਲਈ ਪੁਲਿਸ ਨੂੰ ਜਿਹੜੀ ਹੈਗੀ ਆ ਕੋਰਟ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ। ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ। ਇਹਦੇ ਵਿੱਚ ਇਹ ਹੈ ਕਿ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਗੈਰ ਜ਼ਮਾਨਤੀ ਤੇ ਜ਼ਮਾਨਤੀ ਦੋ ਤਰੀਕੇ ਦੇ ਜਿਹੜੇ ਆ ਕ੍ਰਾਈਮ ਹੁੰਦੇ ਨੇ। ਜੇ ਕੋਈ ਵੀ ਇਨਸਾਨ ਜਾਂ ਕਿਸੇ ਬੰਦੇ ਉੱਤੇ ਕੋਈ ਗੈਰ ਜ਼ਮਾਨਤੀ ਨੌਨ ਅਵੇਲੇਬਲ ਅਫੈਂਸ ਦੇ ਥੱਲੇ ਕੋਈ ਪਰਚਾ ਦਰਜ ਹੁੰਦਾ ਹੈ, ਪਰ ਜੇਕਰ ਉਹਦੀ ਸਜ਼ਾ 7 ਸਾਲ ਜਾਂ 7 ਸਾਲ ਤੱਕ ਹੈ ਤਾਂ ਜਿਹੜਾ ਇਨਵੈਸਟੀਗੇਸ਼ਨ ਆਫੀਸਰ ਹੈ ਉਹਨੂੰ ਅਰੈਸਟ ਕਰਨ ਦੀ ਬਜਾਏ ਉਹਨੂੰ 41A ਦਾ CRPC ਦੇ ਵਿੱਚ ਜੋ ਕਿ ਮੈਂਸ਼ਨ ਹੈ 41A ਦਾ ਇੱਕ ਨੋਟਿਸ ਭੇਜੇਗਾ। ਉਹ ਨੋਟਿਸ ਭੇਜਣਾ ਉਹਦੇ ਲਈ ਜਿਹੜਾ ਮੈਂਡੇਟਰੀ ਹੋਏਗਾ। ਨੌਨ ਅਵੇਲੇਬਲ ਅਫੈਂਸ ਜਿਹੜੀ 7 ਸਾਲ ਤੱਕ ਸਜ਼ਾ ਹੈ, ਜਦੋਂ ਉਸ ਨੂੰ ਦੋਸ਼ੀ ਨੂੰ ਨੋਟਿਸ ਮਿਲਦਾ ਹੈ ਉਹ ਆ ਕੇ ਆਪਣੀ ਜਿਹੜਾ ਪੱਖ ਇਨਵੈਸਟੀਗੇਸ਼ਨ ਅਫਸਰ ਦੇ ਸਾਹਮਣੇ ਰੱਖਦਾ ਹੈ ਕਿ ਇਹ ਮੇਰੇ ਖਿਲਾਫ ਝੂਠੀ ਹੈ ਜਾਂ ਜੋ ਵੀ ਉਹਦਾ ਪੱਖ ਹੈ ਉਹਦੇ ਸਾਹਮਣੇ ਹਮੇਸ਼ਾ ਰੱਖਦਾ ਹੈ। ਜਿਹੜੇ ਅਫੈਂਸ ਜ਼ਮਾਨਤੀ ਹੁੰਦੇ ਹਨ ਉਹਨੂੰ ਜੇ IO ਜਾਂ ਇਨਵੈਸਟੀਗੇਸ਼ਨ ਅਫਸਰ ਉਹਨੂੰ ਅਰੈਸਟ ਕਰਦਾ ਹੈ ਤੇ ਉਹਦੀ ਜ਼ਮਾਨਤ ਮੌਕੇ ਤੇ ਹੀ ਜਿਹੜੀ ਹੈ ਮਿਲ ਜਾਂਦੀ ਹੈ। ਪਰ ਗੈਰ ਜ਼ਮਾਨਤੀ ਵਿੱਚ ਜੇ ਕਿਸੇ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਕਿ ਉਹਦੇ ਖਿਲਾਫ ਗੈਰ ਜ਼ਮਾਨਤੀ ਜਿਹੜੇ ਅੰਦਰ ਪਰਚਾ ਦਰਜ ਹੋਇਆ ਹੈ ਤੇ ਉਹ ਮਾਨਯੋਗ ਅਦਾਲਤ ਨੂੰ ਜਿਹੜਾ ਅਪਰੋਚ ਕਰਦਾ ਹੈ, ਉਹਦੇ ਵਿੱਚ ਆਪਣੀ ਉਹ ਐਂਟੀਸਪੇਟਰੀ ਬੇਲ ਜਿਹੜੀ 438 ਦੇ ਅੰਦਰ ਉਹ ਆਪਣੀ ਬੇਲ ਲੈ ਸਕਦਾ ਹੈ। ਇਹ ਵਕੀਲ ਸਾਹਿਬ, ਬਹੁਤ ਸਾਰੀ ਵਾਰ ਅਸੀਂ ਦੇਖਦੇ ਹਾਂ ਕਿ ਜਿਹੜੇ ਸਮਾਜ ਦੇ ਵਿੱਚ ਵਿਅਕਤੀ ਹਨ ਉਹ ਕਹਿੰਦੇ ਹਨ ਕਿ ਕਾਨੂੰਨ ਤਾਂ ਜਿਹੜਾ ਹੈਗਾ ਕਿ ਬਣਾ ਦਿੱਤਾ ਗਿਆ ਹੈ ਪਰ ਜਿਹੜੇ ਪੁਲਿਸ ਹੈ ਜਾਂ ਹੋਰ ਜਿਹੜੀਆਂ ਏਜੰਸੀਆਂ ਹਨ ਇਨਵੈਸਟੀਗੇਸ਼ਨ ਵਾਲੀਆਂ ਉਹਨੂੰ ਸਹੀ ਤਰੀਕੇ ਨਾਲ ਉਹਨੂੰ ਫੋਲੋ ਨਹੀਂ ਕਰਦੀਆਂ, ਖਾਸ ਕਰ ਜਦ ਅਰੈਸਟ ਕਰਨੀ ਹੁੰਦੀ ਹੈ। ਜਿੱਦਾਂ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ 7 ਸਾਲ ਤੱਕ ਦੀ ਸਜ਼ਾ ਤੱਕ ਦੇ ਜਿਹੜੇ ਜੁਰਮ ਹਨ ਉਹਨਾਂ ਦੇ ਵਿੱਚ ਜਿਹੜਾ ਬੰਦੇ ਨੂੰ ਅਰੈਸਟ ਕਰਨਾ
ਜ਼ਰੂਰੀ ਨਹੀਂ ਹੈ, ਪਹਿਲੇ ਇੱਕ ਨੋਟਿਸ ਦੇਣਾ ਹੈ। ਜੀ। ਜੇ ਕੋਈ ਅਫਸਰ ਇਸ ਗੱਲ ਦੀ ਪਾਲਣਾ ਨਾ ਕਰੇ ਤਾਂ ਫਿਰ ਸੰਬੰਧਤ ਜਿਹੜਾ ਦੋਸ਼ੀ ਹੈ ਜਾਂ ਉਸਦੇ ਪਰਿਵਾਰ ਵਾਲੇ ਹਨ, ਉਹਨਾਂ ਕੋਲ ਇਹਦਾ ਕੀ ਹੱਲ ਹੈ ਜੀ? ਜੀ, ਇਹਦੇ ਵਿੱਚ ਇੱਕ ਬੜੀ ਹੀ ਸਾਡੇ ਮਾਨਯੋਗ ਸੁਪਰੀਮ ਕੋਰਟ ਨੇ 2014 ਚ ਇੱਕ ਜਜਮੈਂਟ ਪਾਸ ਕੀਤੀ ਸੀ, ਅਮਰੇਸ਼ ਕੁਮਾਰ ਵਰਸਸ ਸਟੇਟ ਆਫ ਬਿਹਾਰ। ਉਹਦੇ ਵਿੱਚ ਇਸ ਜਿਹੜੀ ਚੀਜ਼ ਨੂੰ ਬੜੀ ਹਾਈਲਾਈਟ ਤਰੀਕੇ ਨਾਲ ਜਿਹੜਾ ਰੱਖਿਆ ਗਿਆ ਸੀਗਾ ਕਿ ਨੋਟਿਸ ਦੇਣਾ ਮੈਂਡੇਟਰੀ ਹੈ। ਜੇ ਉਹ ਨੋਟਿਸ ਉਹਨਾਂ ਨੂੰ ਨਹੀਂ ਦਿੰਦੇ, ਉਹਨਾਂ ਦੇ ਖਿਲਾਫ ਡਿਪਾਰਟਮੈਂਟ ਇਨਕੁਆਇਰੀ ਚੱਲ ਸਕਦੀ ਹੈ, ਉਹ ਸਸਪੈਂਡ ਹੋ ਸਕਦੇ ਹਨ, ਉਹਨਾਂ ਤੇ ਜੁਰਮਾਨਾ ਲਾਇਆ ਜਾ ਸਕਦਾ ਹੈ। ਇੱਕ ਪਿੱਛੇ ਜੇ 1.5-2 ਮਹੀਨੇ ਪੁਰਾਣੀ ਗੱਲ ਹੈ, ਦਿੱਲੀ ਹਾਈ ਕੋਰਟ ਵਿੱਚ ਵੀ ਇੱਕ ਇਹੀ ਫੈਸਲਾ ਆਇਆ ਹੈ, ਕਿਉਂਕਿ ਜਦੋਂ ਵੀ ਕੋਈ ਇੰਸਪੈਕਟਿੰਗ ਜਾਂ ਜਿਹੜਾ ਅਫਸਰ ਅਰੈਸਟ ਕਰਦਾ ਹੈ 24 ਘੰਟੇ ਦੇ ਅੰਦਰ ਉਹਨੇ ਉਸ ਦੋਸ਼ੀ ਨੂੰ ਮਾਨਯੋਗ ਅਦਾਲਤ ਸਾਹਮਣੇ ਪੇਸ਼ ਕਰਨਾ ਹੁੰਦਾ ਹੈ। 24 ਘੰਟੇ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ 24 ਘੰਟੇ ਡੀਕੀ ਹੀ ਜਾਣਾ ਹੈ। ਜੇ ਤੁਹਾਡੀ ਇਨਵੈਸਟੀਗੇਸ਼ਨ 3-4 ਘੰਟਿਆਂ 'ਚ ਹੀ ਮੁੱਕ ਜਾਂਦੀ ਹੈ ਤੇ ਤੁਹਾਡੀ ਉਹ ਜਿਹੜਾ ਅਫਸਰ ਆ, ਪੁਲਿਸ ਅਫਸਰ ਦੀ ਜ਼ਿੰਮੇਵਾਰੀ ਆ ਕਿ ਅਗਲੇ ਚੌਥੇ ਘੰਟੇ ਹੀ ਉਹਨੂੰ ਜਾ ਕੇ ਉੱਥੇ ਮਾਨਯੋਗ ਅਦਾਲਤ 'ਚ ਪੇਸ਼ ਕਰੇ, ਕਿਉਂਕਿ 167 ਦੇ ਥੱਲੇ 24 ਘੰਟੇ ਦਾ ਟਾਈਮ ਹੈ ਕਿ 24 ਘੰਟੇ ਤੋਂ ਲੇਟ ਤੁਸੀਂ ਜਿਹੜਾ ਦੋਸ਼ੀ ਨੂੰ ਆਪਣੇ ਲੌਕਅਪ 'ਚ ਨਹੀਂ ਰੱਖ ਸਕਦੇ। ਜੇ ਉਸ ਤੋਂ ਜ਼ਿਆਦਾ ਰੱਖਦੇ ਹੋ ਤੇ ਉਹਦੀ ਜਿਹੜੀ ਉਹਦੀ ਡਿਟੈਂਸ਼ਨ ਆ ਉਹ ਇਲੀਗਲ ਮੰਨੀ ਜਾਊਗੀ। ਦਿੱਲੀ ਹਾਈ ਕੋਰਟ 'ਚ ਕੀ ਹੋਇਆ ਕਿ ਆਈਓ ਨੇ ਪੇਸ਼ ਕੀਤਾ ਤੇ ਜੱਜ ਸਾਹਿਬ ਨੇ ਪੁੱਛਿਆ ਕਿ ਤੁਸੀਂ ਇਹਨੂੰ 24 ਘੰਟੇ ਬਾਅਦ ਲੈ ਕੇ ਆਏ ਹੋ, ਇਨਵੈਸਟੀਗੇਸ਼ਨ ਕਦੋਂ ਕੰਪਲੀਟ ਹੋ ਗਈ ਸੀ? ਉਹਨਾਂ ਨੇ ਕਿਹਾ ਜੀ ਅਸੀਂ 3-4 ਘੰਟੇ 'ਚ ਫ੍ਰੀ ਹੋ ਗਏ ਸੀ, ਪਰ ਅਸੀਂ ਲੈ ਕੇ 24 ਘੰਟੇ ਬਾਅਦ ਆਏ ਹਾਂ। ਇਸ ਗੱਲ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਜੱਜ ਸਾਹਿਬ ਨੇ ਉਹਦੇ ਉੱਤੇ ਸੂਮੋਟੋ ਲਿਆ, ਉਹਨੂੰ ਡਿਪਾਰਟਮੈਂਟਲ ਇਨਕੁਆਇਰੀ ਸ਼ੁਰੂ ਕੀਤੀ, ਬਾਅਦ 'ਚ ਉਹਨੂੰ ਜਿਹੜਾ ਜੁਰਮਾਨਾ ਵੀ ਪਿਆ। ਵਕੀਲ ਸਾਹਿਬ, ਤੁਸੀਂ ਜਿੱਦਾਂ ਦੱਸਿਆ ਕਿ ਕਿਹੜੇ ਹਾਲਾਤਾਂ ਦੇ ਵਿੱਚ ਅਰੈਸਟ ਨਹੀਂ ਹੋਣੀ ਹੈ, ਹੁਣ ਅਸੀਂ ਗੱਲ ਕਰਾਂਗੇ ਇੱਕ ਵਿਅਕਤੀ ਹੈ, ਉਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ, ਹਾਲਾਤ ਇੱਦਾਂ ਦੇ ਬਣੇ ਕਿ ਉਹਨੂੰ ਹਿਰਾਸਤ ਵਿੱਚ ਲੈਣਾ ਪਿਆ। ਜਦ ਉਹ ਦੋਸ਼ੀ ਹਿਰਾਸਤ ਵਿੱਚ ਹੈ ਤਾਂ ਉਸ ਵੇਲੇ ਉਸ ਦੋਸ਼ੀ ਦੇ ਕੀ ਅਧਿਕਾਰ ਹਨ, ਤਾਂ ਕਿਹੜੀਆਂ ਇਹੋ ਜਿਹੀਆਂ ਗੱਲਾਂ ਹਨ ਜਿਨ੍ਹਾਂ ਦਾ ਕਾਨੂੰਨ ਮੁਤਾਬਕ ਪੁਲਿਸ ਅਧਿਕਾਰੀਆਂ ਨੇ ਜਿਨ੍ਹਾਂ ਨੇ ਉਹਨੂੰ ਹਿਰਾਸਤ ਵਿੱਚ ਲਿਆ ਜਾਂ ਹੋਰ ਵੀ ਕਿਸੇ ਇਨਵੈਸਟੀਗੇਟਿੰਗ ਏਜੰਸੀ ਨੇ ਹਿਰਾਸਤ ਵਿੱਚ ਲਿਆ, ਉਹਨਾਂ ਨੇ ਉਸ ਗੱਲ ਦਾ ਖਿਆਲ ਰੱਖਣਾ? ਦੇਖੋ, ਜਦੋਂ ਵੀ ਅਸੀਂ ਕਿਸੇ ਦੋਸ਼ੀ ਨੂੰ ਅਰੈਸਟ ਕਰਦੇ ਹਾਂ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਉਹਨੂੰ ਦੱਸਣਾ ਲਾਜ਼ਮੀ ਹੈ ਕਿ ਤੈਨੂੰ ਕਿਉਂ ਫੜਿਆ ਗਿਆ। ਫਿਰ ਉਸ ਤੋਂ ਬਾਅਦ ਉਹਦੇ ਘਰਦਿਆਂ ਨੂੰ ਜਿਹੜੀ ਇਨਫੋਰਮੇਸ਼ਨ ਦੇਣੀ ਜਿਹੜੀ ਪੁਲਿਸ ਅਫਸਰ ਦੀ ਬਹੁਤ ਲਾਜ਼ਮੀ ਹੈ। ਉਸ ਤੋਂ ਬਾਅਦ ਜਿਹੜੀ ਇੱਕ ਸਾਡਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਆਰਟੀਕਲ 39 ਹੈ ਕਿ ਜਿਹੜਾ ਇੱਕ ਲਾਇਰ ਜਿਹੜਾ ਹਰ ਇੱਕ ਦੋਸ਼ੀ ਨੂੰ ਪ੍ਰੋਵਾਈਡ ਦੇਣਾ ਵੀ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ, ਦੱਸਣਾ ਕਿ ਤੁਸੀਂ ਇੱਕ ਆਪਣਾ ਲਾਇਰ ਜਿਹੜਾ ਅੰਗੇਜ ਕਰ ਸਕਦੇ ਹੋ ਆਪਣਾ ਕੇਸ ਲੜਨ ਲਈ। ਇਹਦੇ ਨਾਲ ਜਿਹੜੀ ਉਹਦੀ ਕੋਈ ਤਲਾਸ਼ੀ ਵੀ ਲਈ ਜਾਂਦੀ ਹੈ, ਜਾਂ ਪੁਲਿਸ ਅਕਸਰ ਕੀ ਕਰਦੀ ਹੈ ਕਿ ਪਰਚਾ ਦਰਜ ਹੋਣ ਤੋਂ ਬਾਅਦ ਉਹਨਾਂ ਨੂੰ ਪ੍ਰੈਸ਼ਰ ਪਾ ਕੇ ਉਹਨਾਂ ਦੀ ਸਟੇਟਮੈਂਟ ਲੈ ਲੈਂਦੀ ਹੈ, ਜਾਂ ਖਾਲੀ ਜਿਹੜੇ ਵਰਕੇ ਆ ਉਹਨਾਂ ਤੇ ਉਹਨਾਂ ਦੇ ਸਾਈਨ ਕਰਾ ਲੈਂਦੀ ਹੈ। ਉਹਦੇ ਵਿੱਚ ਦੋਸ਼ੀ ਬਿਲਕੁਲ ਡਿਨਾਈ ਕਰ ਸਕਦਾ ਹੈ ਕਿ ਮੈਂ ਕੋਈ ਵੀ ਜਵਾਬ ਤੁਹਾਨੂੰ ਨਹੀਂ ਦੇਣਾ ਜਿੰਨੀ ਦੇਰ ਤੱਕ ਮੇਰੇ ਵਕੀਲ ਸਾਹਿਬ ਨਹੀਂ ਆ ਜਾਂਦੇ, ਜਾਂ ਮੈਂ ਕਿਸੇ ਵੀ ਪੇਪਰ ਤੇ ਸਾਈਨ ਨਹੀਂ ਕਰਨੇ। ਇਹ ਸਾਰੇ ਉਸ ਦੋਸ਼ੀ ਦੇ ਉਹਦੇ ਮੌਲਿਕ ਅਧਿਕਾਰ ਹਨ। ਵਕੀਲ ਸਾਹਿਬ, ਇਹ ਤੋਂ ਅਗਲੀ ਗੱਲ ਹੈ, ਜਿੱਦਾਂ ਤੁਸੀਂ ਪਹਿਲਾਂ ਵੀ ਸਾਡੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਦੇਖਿਆ ਕਿ ਜਦ ਪੁਲਿਸ ਕਿਸੇ ਨੂੰ ਅਰੈਸਟ ਕਰਦੀ ਹੈ ਤਾਂ 24 ਘੰਟੇ ਦੇ ਅੰਦਰ ਜਿਹੜਾ ਉਸ ਵਿਅਕਤੀ ਨੂੰ ਮਾਨਯੋਗ ਜੱਜ ਸਾਹਿਬ ਦੇ ਜਾਂ ਮਾਨਯੋਗ ਅਦਾਲਤ ਦੇ ਅੱਗੇ ਪੇਸ਼ ਕਰਨਾ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜੇ 24 ਘੰਟੇ ਤੋਂ ਜ਼ਿਆਦਾ ਰੱਖਦੇ ਆ ਤਾਂ ਉਹਨੂੰ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਰੱਖਿਆ ਗਿਆ ਹੈ, ਜਾਂ ਫਿਰ ਜਿਹੜੇ ਤੁਸੀਂ ਗੱਲਾਂ ਦਾ ਸਾਨੂੰ ਦੱਸਿਆ ਕਿ ਆਹ ਜਿਹੜੇ ਖਾਸ ਤੌਰ ਤੇ ਕੁਝ ਗੱਲਾਂ ਜਿਨ੍ਹਾਂ ਦਾ ਪੁਲਿਸ ਅਫਸਰ ਨੇ ਖਿਆਲ ਰੱਖਣਾ ਹੈ, ਦੋਸ਼ੀ ਨੂੰ ਕੁਝ ਜਾਣਕਾਰੀਆਂ ਸਾਂਝੀਆਂ ਕਰਨੀਆਂ ਹਨ, ਇਹੋ ਜਿਹੀਆਂ ਜੇ ਜਾਣਕਾਰੀਆਂ ਉਸ ਦੋਸ਼ੀ ਦੇ ਨਾਲ ਨਾ ਸਾਂਝੀਆਂ ਕੀਤੀਆਂ ਜਾਣ, ਜਾਂ 24 ਘੰਟੇ ਤੋਂ ਜ਼ਿਆਦਾ ਗੈਰ ਕਾਨੂੰਨੀ ਤਰੀਕੇ ਨਾਲ ਉਸ ਦੋਸ਼ੀ ਨੂੰ ਜਿਹੜਾ ਹੈਗਾ ਹਿਰਾਸਤ ਵਿੱਚ ਰੱਖਿਆ ਜਾਂਦਾ ਹੈ, ਫਿਰ ਉਸ ਦੋਸ਼ੀ ਕੋਲ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਕੋਲ ਕੀ ਹੱਲ ਹੈ ਜੀ? ਜੇ ਕਿਸੇ ਵੀ ਦੋਸ਼ੀ ਨੂੰ 24 ਘੰਟੇ ਤੋਂ ਜ਼ਿਆਦਾ ਹਿਰਾਸਤ 'ਚ ਰੱਖਿਆ ਜਾਂਦਾ ਹੈ, ਉਹਦੇ ਪਰਿਵਾਰ ਦੇ ਪੁੱਛਣ ਦੇ ਵੀ ਉਹਨਾਂ ਨੂੰ ਨਹੀਂ ਦੱਸਿਆ ਜਾਂਦਾ ਕਿ ਤੁਹਾਡਾ ਅਸੀਂ ਜੀ ਕਿਉਂ ਕੈਦ ਕੀਤਾ ਹੈ, ਤੇ ਉਹਨਾਂ ਦੇ ਪਰਿਵਾਰ ਨੂੰ ਬਿਲਕੁਲ ਰਾਈਟ ਹੈ ਕਿ ਉਹ ਸਿੱਧਾ ਹਾਈ ਕੋਰਟ ਜਾਂ ਮਾਨਯੋਗ ਸੁਪਰੀਮ ਕੋਰਟ ਨੂੰ ਅਪਰੋਚ ਕਰ ਸਕਦੇ ਨੇ, ਕਿਉਂਕਿ ਉਸ ਦੋਸ਼ੀ ਦੇ ਜਿਹੜੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਸੁਪਰੀਮ ਕੋਰਟ ਜਾਂ ਹਾਈ ਕੋਰਟ ਵਿੱਚ ਉਹ ਰਿਟ ਫਾਈਲ ਕਰ ਸਕਦੇ ਨੇ ਹੇਬੀਅਸ ਕਾਰਪਸ ਦੇ ਥੱਲੇ। ਉਹਦੇ ਵਿੱਚ ਜਿਹੜੀ ਮਾਨਯੋਗ ਅਦਾਲਤ ਹੈ ਉਹ ਡਾਇਰੈਕਸ਼ਨ ਦੇਗੀ ਕੰਸਰਨਡ ਅਥਾਰਟੀ ਨੂੰ ਕਿ ਦੋਸ਼ੀ ਨੂੰ ਯਾਨੀ ਕਿ ਡਿਟੇਨੀ ਨੂੰ ਮੇਰੇ ਕੋਲ ਲਿਆਂਦਾ ਜਾਵੇ ਤੇ ਜਸਟੀਫਾਈ ਕੀਤਾ ਜਾਵੇ ਕਿ ਤੁਸੀਂ ਉਹਨਾਂ ਨੂੰ 24 ਘੰਟੇ ਤੋਂ ਜ਼ਿਆਦਾ ਆਪਣੇ ਕੋਲ ਕਿਉਂ ਰੱਖਿਆ ਹੈ, ਤੇ ਜੇ ਉਹਦੀ ਉਹ ਜਸਟੀਫਿਕੇਸ਼ਨ ਕੰਸਰਨਡ ਅਥਾਰਟੀ ਨਹੀਂ ਦੇ ਸਕਦੀ ਤੇ ਉਹਨਾਂ ਦੇ ਖਿਲਾਫ ਜਿਹੜੀ ਹੈ ਬਣਦੀ ਕਾਰਵਾਈ ਹੁੰਦੀ ਹੈ।
ਇਹ ਕਈ ਵਾਰ ਅਸੀਂ ਸਮਾਜ ਵਿੱਚ ਇਹੋ ਜਿਹਾ ਵੀ ਦੇਖਦੇ ਹਾਂ ਕਿ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਲਈ ਜਿਹੜੀ ਪੁਲਿਸ ਹੈ ਉਸਦੇ ਘਰਦਿਆਂ ਨੂੰ ਤੰਗ ਪਰੇਸ਼ਾਨ ਕਰਦੀ ਹੈ। ਅਸੀਂ ਸੁਣਨ 'ਚ ਆਉਂਦਾ ਜਾਂ ਅਖਬਾਰ 'ਚ ਅਸੀਂ ਪੜ੍ਹਦੇ ਹਾਂ ਕਿ ਕਿਸੇ ਵਿਅਕਤੀ ਦੇ ਮਾਪਿਆਂ ਨੂੰ ਥਾਣੇ ਬਿਠਾ ਲਿਆ ਜਾਂਦਾ ਹੈ ਜਾਂ ਉਸਦੇ ਹੋਰ ਕਿਸੇ ਰਿਸ਼ਤੇਦਾਰ ਨੂੰ ਜਾਂ ਉਸਦੇ ਦੋਸਤ ਮਿੱਤਰ ਨੂੰ ਘਰ ਲਿਆ ਜਾਂਦਾ। ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹਨਾਂ ਵਿਅਕਤੀਆਂ ਦੇ ਕੀ ਹੱਲ ਹਨ ਜਾਂ ਉਹਨਾਂ ਕੋਲ ਕੀ ਜਿਹੜਾ ਵਿਕਲਪ ਮੌਜੂਦ ਹੈ? ਜੀ, ਜਿਹੜੀ ਸਾਡਾ ਕ੍ਰਿਮੀਨਲ ਜਿਹੜਾ ਲਾਅ ਹੈ, ਕ੍ਰਿਮੀਨਲ ਜਿਹੜੀ ਜੂਰਿਸਪ੍ਰੂਡੈਂਸ ਹੈ, ਉਹਦੇ ਵਿੱਚ ਸਾਫ਼ ਤਰੀਕੇ ਤੇ ਲਿਖਿਆ ਹੋਇਆ ਹੈ ਜਿਹੜੀ ਕ੍ਰਿਮੀਨਲ ਜਿਹੜੀ ਫੌਜਦਾਰੀ ਲਾਇਬਿਲਿਟੀ ਹੈ ਉਹ ਸਟ੍ਰਿਕਟ ਲਾਇਬਿਲਿਟੀ ਹੈ। ਉਹ ਕੋਈ ਉਹ ਲਾਇਬਿਲਿਟੀ ਨਹੀਂ ਹੈ ਜਿਹੜੀ ਇੱਕ ਬੰਦੇ ਨੇ ਕੋਈ ਦੋਸ਼, ਇੱਕ ਨੇ ਕ੍ਰਾਈਮ ਕੀਤਾ ਹੋਏ ਤੇ ਪੂਰੇ ਜਿਹੜੇ ਉਹਦੀ ਫੈਮਿਲੀ ਨੂੰ ਹਰਾਸ ਕੀਤਾ ਜਾਏ। ਜਿਸ ਬੰਦੇ ਨੇ ਕ੍ਰਾਈਮ ਕੀਤਾ ਹੈ ਉਸੇ ਬੰਦੇ ਨੂੰ ਹੀ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਤੇ ਉਸ ਬੰਦੇ ਦਾ ਹੀ ਜਿਹੜਾ ਫਰਜ਼ ਬਣਦਾ ਹੈ ਕਿ ਆਪ ਆ ਕੇ ਜਾਂ ਸਰੈਂਡਰ ਕਰੇ ਜਾਂ ਪੁਲਿਸ ਉਹਨੂੰ ਅਰੈਸਟ ਕਰੇ। ਪਰ ਜਿਹੜੇ ਉਹਦੇ ਪਰਿਵਾਰਕ ਨੇ, ਪੁਲਿਸ ਕੋਲ ਕੋਈ ਰਾਈਟ ਨਹੀਂ ਹੈ ਕਿਸੇ ਵੀ ਪਰਿਵਾਰ ਦੇ ਬੰਦੇ ਨੂੰ ਹਰਾਸ ਕਰਨਾ ਜਾਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ। ਵਕੀਲ ਸਾਹਿਬ, ਜਿੱਦਾਂ ਤੁਸੀਂ ਸਾਨੂੰ ਦੱਸਿਆ ਕਿ ਪੁਲਿਸ ਆਮ ਤੌਰ ਤੇ ਜਿਹੜੀ ਹਿਰਾਸਤ ਵਿੱਚ ਕਿਸੇ ਵਿਅਕਤੀ ਨੂੰ ਲੈਂਦੀ ਹੈ ਉਸ ਤੋਂ ਜਿਹੜਾ ਹੈ ਪੁੱਛ ਪੜਤਾਲ ਕਰਨ ਲਈ ਕਰਦੀ ਹੈ। ਥੋੜ੍ਹਾ ਜਿਹਾ ਹੋਰ ਆਪਾਂ ਸਿਲਸਿਲੇ ਨੂੰ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਤਾਂ ਇਸ ਗੱਲ ਦੇ ਉੱਤੇ ਚਾਨਣ ਪਾਓ ਸਾਡੇ ਦਰਸ਼ਕਾਂ ਲਈ ਕਿ ਜਿਹੜੀ ਪੁੱਛ ਪੜਤਾਲ ਵੀ ਪੁਲਿਸ ਨੇ ਕਰਨੀ ਹੁੰਦੀ ਹੈ, ਕੀ ਉਹਦਾ ਕੋਈ ਅਣਮਿੱਥਾ ਸਮਾਂ ਹੁੰਦਾ ਹੈ ਜਾਂ ਕੋਈ ਜਿਹੜਾ ਟਾਈਮ ਬੰਨਿਆ ਗਿਆ ਹੁੰਦਾ ਜਿਹਦੇ ਵਿੱਚ ਜਿਹੜੀ ਆਪਣੀ ਜਿਹੜੀ ਆ ਉਹ ਇਨਵੈਸਟੀਗੇਸ਼ਨ ਪੁੱਛ ਪੜਤਾਲ ਪੂਰੀ ਕਰਕੇ ਪੁਲਿਸ ਨੇ ਆਪਣੀ ਰਿਪੋਰਟ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨੀ ਹੁੰਦੀ ਹੈ? ਤਾਂ ਇਸ ਸਮੇਂ ਦੇ ਦੌਰਾਨ ਜਿਹੜਾ ਦੋਸ਼ੀ ਹੈ ਉਹਦੇ ਕੀ ਅਧਿਕਾਰ ਹਨ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਕਿ ਜਦੋਂ ਪੁਲਿਸ ਨੇ ਕਿਸੇ ਨੂੰ ਅਰੈਸਟ ਕਰਨਾ ਹੈ 24 ਘੰਟੇ ਦੇ ਬਾਅਦ ਮਾਨਯੋਗ ਅਦਾਲਤ ਕੋਲ ਲੈ ਕੇ ਜਾਣਾ ਹੈ। ਫਿਰ ਪੁਲਿਸ ਕੀ ਕਰਦੀ ਹੈ, ਜੇ ਉਹਨਾਂ ਦੀ ਤਫਤੀਸ਼ ਨਹੀਂ ਕੰਪਲੀਟ ਹੋਈ, ਪੁਲਿਸ ਇੱਕ ਰਿਮਾਂਡ ਪੇਪਰ ਤਿਆਰ ਕਰਦੀ ਹੈ। ਰਿਮਾਂਡ ਪੇਪਰ 'ਚ ਲਿਖਿਆ ਜਾਂਦਾ ਹੈ ਕਿ ਹਾਲੇ ਸਾਡੀ ਤਫਤੀਸ਼ ਬਾਕੀ ਹੈ, ਹਾਲੇ ਅਸੀਂ ਦੋਸ਼ੀ ਕੋਲੋਂ ਕਈ ਗੱਲਾਂ ਪੁੱਛਣੀਆਂ ਹਨ ਜਾਂ ਜੋ ਆਫੈਂਸ 'ਚ ਜਿਹੜੇ ਵੈਪਨ ਜਾਂ ਜਿਹੜੇ ਵੀ ਹਥਿਆਰ ਜਾਂ ਜਿਹੜੀ ਵੀ ਚੀਜ਼ ਯੂਜ਼ ਕੀਤੀ ਗਈ ਹੈ ਉਹ ਅਸੀਂ ਰਿਕਵਰ ਕਰਨੀ ਹੈ। ਉਹਦੇ ਲਈ ਮਾਨਯੋਗ ਅਦਾਲਤ ਕੋ ਦੋਸ਼ੀ ਨੂੰ ਲੈ ਕੇ ਜਾਇਆ ਜਾਂਦਾ ਹੈ। ਜਿਹੜਾ ਇਨਵੈਸਟੀਗੇਸ਼ਨ ਜਾਂ ਆਈਓ ਹੁੰਦਾ ਹੈ ਉਹ ਰਿਮਾਂਡ ਜਿਹੜਾ ਮਾਨਯੋਗ ਅਦਾਲਤ ਕੋ ਮੰਗਦਾ ਹੈ। ਫਿਰ ਮਾਨਯੋਗ ਅਦਾਲਤ ਦੇਖਦੀ ਹੈ ਕਿ ਆਈਓ ਨੂੰ ਜਿਹੜਾ ਰਿਮਾਂਡ ਉਹਨੂੰ ਦੇਣਾ ਹੈ ਜਾਂ ਨਹੀਂ ਦੇਣਾ। ਜੇ ਮਾਨਯੋਗ ਅਦਾਲਤ ਨੂੰ ਲੱਗਦਾ ਹੈ ਕਿ ਜਿਹੜਾ ਇਹ ਰਿਮਾਂਡ ਮੰਗਿਆ ਜਾ ਰਿਹਾ ਹੈ ਇਹ ਬੇਬੁਨਿਆਦ ਹੈ ਕਿ ਦੋਸ਼ੀ ਕੋਲੋਂ ਕੁਝ ਵੀ ਰਿਕਵਰ ਕਰਨਾ ਨਹੀਂ ਰਹਿ ਗਿਆ ਜਾਂ ਦੋਸ਼ੀ ਕੋਲੋਂ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਕਰ ਲਈ ਗਈ ਹੈ, ਫਿਰ ਉਹਨੂੰ ਮਾਨਯੋਗ ਅਦਾਲਤ ਰਿਮਾਂਡ ਨਹੀਂ ਦਿੰਦੀ ਹੈ। ਤੇ ਜੇ ਮਾਨਯੋਗ ਅਦਾਲਤ ਨੂੰ ਲੱਗਦਾ ਹੈ ਕਿ ਰਿਮਾਂਡ ਦੇਣਾ ਲਾਜ਼ਮੀ ਹੈ, ਫਿਰ ਮਾਨਯੋਗ ਅਦਾਲਤ 1 ਜਾਂ 2 ਦਿਨ ਲਈ ਰਿਮਾਂਡ ਦੇ ਦਿੰਦੀ ਹੈ ਤੇ ਦੋਸ਼ੀ ਦਾ ਅਧਿਕਾਰ ਉਹਦੇ ਨਾਲ ਹੀ ਆ ਜਾਂਦਾ ਹੈ। ਜਦੋਂ ਵੀ ਦੋਸ਼ੀ ਨੂੰ ਅਦਾਲਤ ਵਿੱਚ ਲਿਆਇਆ ਜਾਂਦਾ ਹੈ ਤੇ ਦੋਸ਼ੀ ਦਾ ਰਾਈਟ ਹੈ ਕਿ ਉਹ ਆਪਣੇ ਵਕੀਲ ਸਾਹਿਬ ਉੱਥੇ ਅੰਗੇਜ ਕਰਨ, ਉਹ ਆ ਕੇ ਕੋਰਟ 'ਚ ਅਪੋਜ਼ ਕਰਨ ਕਿ ਜਿਹੜਾ ਰਿਮਾਂਡ ਇਲੀਗਲ ਹੈ, ਰਿਮਾਂਡ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਹੈ। ਇਸ ਕਰਕੇ ਦੋਸ਼ੀ ਨੂੰ ਜਿਹੜਾ ਜੁਡੀਸ਼ੀਅਲ ਕਸਟਡੀ 'ਚ ਭੇਜਿਆ ਜਾਵੇ ਤਾਂ ਕਿ ਬਾਅਦ 'ਚੋਂ ਉਹ ਉਹਦੀ ਰੈਗੂਲਰ ਜਿਹੜੀ ਜ਼ਮਾਨਤ ਲਗਾ ਸਕਣ ਤੇ ਦੋਸ਼ੀ ਨੂੰ ਜਿਹੜਾ ਬਾਹਰ ਕਢਾਇਆ ਜਾ ਸਕੇ। ਇਹ ਥੋੜ੍ਹਾ ਜਿਹਾ ਹੋਰ ਦੱਸੋ ਕਿ ਜਿੱਦਾਂ ਅਸੀਂ ਆਮ ਸੁਣਦੇ ਹਾਂ ਕਿ ਪੁਲਿਸ ਨੇ ਚਲਾਨ ਪੇਸ਼ ਕੀਤਾ ਹੈ, ਥੋੜ੍ਹੀ ਜਿਹੀ ਸਾਡੇ ਦਰਸ਼ਕਾਂ ਨੂੰ ਚਲਾਨ ਦੀ ਪਰਿਭਾਸ਼ਾ ਦੱਸੋ ਤੇ ਇਹ ਚਲਾਨ ਕਿੰਨੀ ਦੇਰ ਦੇ ਵਿੱਚ ਪੇਸ਼ ਕਰਨਾ ਹੁੰਦਾ ਹੈ ਤਾਂ ਇਸ ਦੌਰਾਨ ਦੋਸ਼ੀ ਦੇ ਕੀ ਹੱਕ ਹਨ ਉਹਦੇ ਬਾਰੇ ਦੱਸੋ। ਚਲਾਨ ਜਿਹੜਾ ਪੰਜਾਬੀ ਦਾ ਇੱਕ ਅੱਖਰ ਹੈ ਜਿਹਨੂੰ ਆਪਾਂ ਚਾਰਜ ਸ਼ੀਟ ਅੰਗਰੇਜ਼ੀ 'ਚ ਕਹਿੰਦੇ ਨੇ 173 CRPC ਦੇ ਅੰਡਰ ਇਹ ਫਾਲ ਕਰਦਾ ਹੈ। ਚਲਾਨ ਦਾ ਮਤਲਬ ਇਹ ਹੈ ਕਿ ਇਨਵੈਸਟੀਗੇਸ਼ਨ ਅਫਸਰ ਨੇ ਪਰਚਾ ਕੰਪਲੇਂਟ ਆਉਣ ਤੋਂ ਬਾਅਦ FIR ਦਰਜ ਕਰਨ ਤੋਂ ਬਾਅਦ ਜਿੰਨੀ ਵੀ ਗਵਾਹੀ ਕਰਾਈ ਹੈ, ਜੋ ਵੀ ਇਨਵੈਸਟੀਗੇਸ਼ਨ ਕੀਤੀ ਹੈ ਜਾਂ ਜੋ ਵੀ ਉਹਨੇ ਉਸ ਕੇਸ ਦੇ ਮੁਤਲਕ ਅਪਰਾਧ ਦੇ ਮੁਤਲਕ ਜਿਹੜੇ ਸਬੂਤ ਇਕੱਠੇ ਕੀਤੇ ਹਨ ਉਹਦਾ ਇੱਕ ਚਲਾਨ ਤਿਆਰ ਕਰਦੇ ਹਨ। ਉਹ ਚਲਾਨ ਤਿਆਰ ਕਰਕੇ ਉਹ ਮਾਨਯੋਗ ਅਦਾਲਤ ਵਿੱਚ ਪੇਸ਼ ਕਰਦੇ ਹਨ। ਉਸ ਚਲਾਨ ਦੇ ਪੇਸ਼ ਹੋਣ ਤੋਂ ਬਾਅਦ ਜਿਹੜਾ ਅਗਲਾ ਕੇਸ ਸ਼ੁਰੂ ਹੁੰਦਾ ਹੈ। ਰਹੀ ਗੱਲ ਚਲਾਨ ਦੀ ਬੁਨਿਆਦ ਦੀ, ਉਹ ਜਿਹੜਾ 167 'ਚ ਹੀ ਦੱਸਿਆ ਗਿਆ ਹੈ ਕਿ ਜੇ ਕੋਈ ਅਪਰਾਧ ਜਿਸ ਦੀ ਸਜ਼ਾ ਉਮਰ ਕੈਦ ਹੈ, ਲਾਈਫ ਇੰਪ੍ਰਿਜ਼ਨਮੈਂਟ ਹੈ ਜਾਂ 10 ਸਾਲ ਤੋਂ ਉੱਪਰ ਹੈ, ਉਹਦਾ ਜਿਹੜਾ ਚਲਾਨ ਜਿਹੜਾ ਆਈਓ ਨੇ 3 ਮਹੀਨੇ ਦੇ ਅੰਦਰ ਪੇਸ਼ ਕਰਨਾ ਹੈ। ਇਸ ਤੋਂ ਇਲਾਵਾ ਜਿਹੜੇ ਹੋਰ ਜੁਰਮ ਹਨ ਉਹਦਾ ਚਲਾਨ ਜਿਹੜਾ ਆਈਓ ਨੇ 2 ਮਹੀਨੇ ਦੇ ਅੰਦਰ ਪੇਸ਼ ਕਰਨਾ ਹੈ। ਇਹਦੇ ਨਾਲ ਹੀ ਇੱਕ, ਕਿਉਂਕਿ ਦੋਸ਼ੀ ਦੇ ਅਧਿਕਾਰਾਂ ਦੀ ਗੱਲ ਕੀਤੀ ਜਾ ਰਹੀ ਹੈ, ਇਹਦੇ ਨਾਲ ਹੀ ਅਗਲੀ ਗੱਲ ਇਹ ਆਉਂਦੀ ਹੈ ਕਿ ਜੇਕਰ ਚਲਾਨ ਉਸ ਸਮੇਂ ਦੇ ਵਿੱਚ ਪੇਸ਼ ਨਹੀਂ ਹੁੰਦਾ ਕਿ ਦੋਸ਼ੀ ਨੂੰ ਕੋਈ ਹੋਰ ਵੀ ਅਧਿਕਾਰ ਹੈ ਤੇ ਉਹ ਇਹ ਹੈ ਕਿ ਜੇ ਚਲਾਨ ਬੁਨਿਆਦ 'ਚ ਨਹੀਂ ਪੇਸ਼ ਹੁੰਦਾ ਤੇ ਦੋਸ਼ੀ ਨੂੰ ਜਿਹੜਾ ਡਿਫਾਲਟ ਬੇਲ ਜਿਹਨੂੰ ਕਹਿੰਦੇ ਆ ਬੇਲ ਲੈਣ ਦਾ ਅਧਿਕਾਰ ਮਿਲ ਜਾਂਦਾ ਹੈ ਕਿਉਂਕਿ ਆਈਓ ਨੇ ਆਪਣੀ ਡਿਊਟੀ ਪੂਰੀ ਨਹੀਂ ਕੀਤੀ, ਸਮੇਂ ਅਨੁਸਾਰ ਚਲਾਨ ਨਹੀਂ ਪੇਸ਼ ਕੀਤਾ। ਇਸ ਕਰਕੇ ਦੋਸ਼ੀ ਜਿਹੜਾ ਹੱਕਦਾਰ ਹੋ ਗਿਆ ਕਿ ਉਹਨੂੰ ਬੇਲ ਉਸੇ ਦਿਨ ਮਿਲਣੀ ਚਾਹੀਦੀ ਹੈ
ਤੇ ਉਹ ਉਸੇ ਦਿਨ ਬੇਲ ਅਪਲਾਈ ਕਰਕੇ ਆਪਣੀ ਜ਼ਮਾਨਤ ਤੋਂ ਕਰਵਾ ਸਕਦਾ ਹੈ। ਇਹ ਵਕੀਲ ਸਾਹਿਬ ਇਸ ਗੱਲ ਤੋਂ ਆਪਾਂ ਸਾਰੇ ਜਾਣੇ ਜਾਣੂ ਹਨ ਕਿ ਕਿਸੇ ਵੀ ਮੁਲਕ ਦਾ ਜਿਹੜਾ ਕਾਨੂੰਨ ਹੁੰਦਾ ਹੈ ਉਸ ਦੀ ਜਿਹੜੀ ਉਪਜ ਹੁੰਦੀ ਹੈ ਉਸ ਦੇ ਜਿਹੜੇ ਸੰਵਿਧਾਨ ਵਿੱਚੋਂ ਹੁੰਦੀ ਹੈ। ਕਿ ਕਹਿਣ ਦਾ ਭਾਵ ਹੈ ਕਿ ਜੇ ਆਪਾਂ ਅੰਗਰੇਜ਼ੀ 'ਚ ਗੱਲ ਕਰੀਏ ਕਿ ਕਿਸੇ ਵੀ ਕਾਨੂੰਨ ਦੀ ਸੋਰਸ ਕੌਨਸਟੀਟਿਊਸ਼ਨ ਆ ਉਸ ਮੁਲਕ ਦਾ, ਤਾਂ ਸਾਡੇ ਭਾਰਤ ਦੇ ਸੰਵਿਧਾਨ ਦੇ ਵਿੱਚ ਖਾਸ ਤੌਰ 'ਤੇ ਦੋਸ਼ੀਆਂ ਪ੍ਰਤੀ ਕੀ ਕਾਨੂੰਨ ਹਨ, ਜਾਂ ਹੋਰ ਵਾਰ ਕੇ ਪੁੱਛੀਏ ਉਹਨਾਂ ਦੇ ਪ੍ਰਤੀ ਕੀ ਅਧਿਕਾਰ ਹਨ ਜੀ, ਉਹਦੇ ਬਾਰੇ ਦੱਸਿਓ ਜੀ। ਕਿਉਂਕਿ ਅਸੀਂ ਜਿਵੇਂ ਕਿ ਜਾਣਦੇ ਹਾਂ ਕਿ ਕੌਨਸਟੀਟਿਊਸ਼ਨ ਜਿਹੜਾ ਇੱਕ ਹਾਰਟ ਆਫ ਸਾਡਾ ਲਾਅ ਹੈ, ਉਹਦੇ ਨਾਲ ਹੀ ਸਾਰੇ ਕਾਨੂੰਨ ਬਣਾਏ ਜਾਂਦੇ ਹਨ। ਕੌਨਸਟੀਟਿਊਸ਼ਨ ਦੇ ਆਰਟੀਕਲ 20 ਜਿਹੜਾ ਮੇਨਲੀ ਡੀਲ ਕਰਦਾ ਹੈ ਦੋਸ਼ੀਆਂ ਨਾਲ, ਜੋ ਕਿ ਹੈ ਪ੍ਰੋਟੈਕਸ਼ਨ ਅਗੇਂਸਟ ਦਾ ਕਨਵਿਕਸ਼ਨ ਆਫ ਅਫੈਂਡਰ, ਜਿਹਦਾ ਕਿ ਇਹ ਮਤਲਬ ਹੈ ਕਿ ਦੋਸ਼ੀ ਨੂੰ ਕੀ ਮਤਲਬ ਜਾਂ ਕਿਸ ਤਰੀਕੇ ਦੀ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਹੈ। ਇਹਦੇ ਵਿੱਚ 3 ਧਾਰਾਵਾਂ ਹਨ। ਜਿਹੜੀ ਪਹਿਲੀ ਧਾਰਾ ਇਹਦੀ ਗੱਲ ਕਰਦੀ ਹੈ ਉਹ ਇਹ ਕਹਿੰਦੀ ਹੈ ਕਿ ਦੋਸ਼ੀ ਨੂੰ ਸਜ਼ਾ ਉਸੇ ਓਫੈਂਸ ਦੀ ਦੇਣੀ ਹੈ ਜਿਹੜਾ ਓਫੈਂਸ ਲਿਖਿਆ ਹੋਇਆ ਹੈ, ਜਾਂ ਜਿਹੜਾ ਕ੍ਰਾਈਮ ਪਾਰਲੀਮੈਂਟ ਨੇ ਜਿਹੜਾ ਐਕਟ ਪਾਸ ਕੀਤਾ ਹੈ। ਇਹਦੀ ਐਗਜ਼ਾਮਪਲ ਇਹ ਹੈ ਕਿ ਜੇ ਅੱਜ ਚੋਰੀ ਅਪਰਾਧ ਹੈ, ਉਹਦੀ ਸਜ਼ਾ ਜੇ ਪਹਿਲਾਂ ਨਹੀਂ ਸੀ, ਤੇ ਇਹ ਨਹੀਂ ਕਿ ਅੱਜ ਉਹਨੇ ਚੋਰੀ ਕੀਤੀ ਹੈ ਤੇ ਉਹਨੂੰ ਸਜ਼ਾ ਇਸ ਕਰਕੇ ਦਿੱਤੀ ਜਾਏ ਕਿ ਪਹਿਲਾਂ ਜਿਹੜਾ ਉਹ ਨਹੀਂ ਸੀਗਾ। ਦੂਸਰਾ, ਇਹਦੇ ਵਿੱਚ ਜੇ ਦੇਖਿਆ ਜਾਵੇ ਇੱਕ ਡਬਲ ਜਿਓਪਾਰਡੀ ਦੀ ਗੱਲ ਕਰਦੇ ਹਾਂ। ਡਬਲ ਜਿਓਪਾਰਡੀ ਦਾ ਮਤਲਬ ਇਹ ਹੈ ਕਿ ਕਿਸੇ ਵੀ ਦੋਸ਼ੀ ਨੂੰ ਇੱਕ ਜਿਹੜੀ ਸਜ਼ਾ ਮਿਲ ਚੁੱਕੀ ਹੈ ਇੱਕ ਕ੍ਰਾਈਮ ਦੀ, ਉਹਦੀ ਦੂਜੀ ਵਾਰ ਉਹਨੂੰ ਉਸੇ ਸੇਮ ਕ੍ਰਾਈਮ ਦੀ ਸਜ਼ਾ ਨਹੀਂ ਦੇਣੀ। ਇੱਕ ਬੰਦੇ ਨੇ ਜੇ ਅੱਜ ਕੋਈ ਗਲਤ ਕ੍ਰਾਈਮ ਕੀਤਾ ਹੈ ਜਾਂ ਕੋਈ ਚੋਰੀ ਕੀਤੀ ਹੈ ਤੇ ਉਹਨੂੰ ਜੇ ਇੱਕ ਵਾਰੀ ਚੋਰੀ ਦੀ ਸਜ਼ਾ ਮਿਲ ਗਈ ਹੈ, ਉਹ ਦੁਬਾਰਾ ਨਹੀਂ ਉਹਨੂੰ ਦੇ ਸਕਦੇ। ਪਰ ਉਹਨਾਂ ਅਗਲੀ ਗੱਲ ਇਹ ਹੈ ਕਿ ਉਹਨੇ ਚੋਰੀ ਵੀ ਕੀਤੀ ਹੈ ਤੇ ਨਾਲ ਹੀ ਕਿਸੇ ਬੰਦੇ ਦੇ ਕੋਈ ਸੱਟ ਪੇੜ ਵੀ ਮਾਰ ਦਿੱਤੀ ਹੈ, ਜਾਂ ਉਹਦੇ ਕੋਈ ਕਿਰਪਾਨ ਜਾਂ ਕੋਈ ਹੋਰ ਵੈਪਨ ਵੀ ਵਰਤਿਆ ਹੈ। ਚੋਰੀ ਦੇ ਨਾਲ ਜਿਹੜੀ 326 ਜਾਂ ਜਿਹੜਾ ਗ੍ਰੀਵੀਅਸ ਹਰਟ ਹੈ ਉਹਦੀ ਸਜ਼ਾ ਤੇ ਉਹਨੂੰ ਮਿਲੇਗੀ। ਮਤਲਬ ਇੱਕ ਆਫੈਂਸ ਦੀ ਇੱਕ ਵਾਰੀ ਸਜ਼ਾ ਮਿਲਣੀ ਹੈ। ਇਹਦੀ ਜਿਹੜੀ ਤੀਜੀ ਤੇ ਜਿਹੜੀ ਬਹੁਤ ਹੀ ਮਹੱਤਵਪੂਰਨ ਧਾਰਾ ਹੈ ਉਹ ਇਹ ਹੈ ਕਿ ਕਿਸੇ ਵੀ ਆਪਾਂ ਦੋਸ਼ੀ ਨੂੰ ਉਹਨੂੰ ਅਸੀਂ ਕੰਪੈਲ ਨਹੀਂ ਕਰ ਸਕਦੇ ਕਿ ਉਹ ਆਪਣੇ ਖਿਲਾਫ ਹੀ ਗਵਾਹੀ ਦੇ ਜਾਂ ਆਪਣੇ ਖਿਲਾਫ ਹੀ ਉਹ ਵਿਟਨੈਸ ਬਣੇ। ਕੋਈ ਵੀ ਪੁਲਿਸ ਅਫਸਰ, ਕੋਈ ਵੀ ਤਫਤੀਸ਼ੀ ਏਜੰਸੀ ਕਿਸੇ ਵੀ ਦੋਸ਼ੀ ਨੂੰ ਕੰਪੈਲ ਨਹੀਂ ਕਰ ਸਕਦੀ ਕਿ ਤੂੰ ਮੰਨ ਕਿ ਤੂੰ ਇਹ ਜਿਹੜਾ ਕ੍ਰਾਈਮ ਕੀਤਾ ਹੈ। ਜੇ ਉਹਨੂੰ ਕੰਪੈਲ ਕਰਦੇ ਨੇ ਉਹ ਫਿਰ ਆਰਟੀਕਲ ਦੀ ਵਾਇਓਲੇਸ਼ਨ ਹੈ, ਉਹਦੇ ਲਈ ਫਿਰ ਉਹ ਸਿੱਧਾ ਜਿਹੜਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਦੋਸ਼ੀ ਖੜਕਾ ਸਕਦਾ ਹੈ। ਇਹ ਵਕੀਲ ਸਾਹਿਬ ਜਿੱਦਾਂ ਤੁਸੀਂ ਦੱਸਿਆ ਕਿ ਇੱਕ ਆਹ ਪਰਿਭਾਸ਼ਾ ਇਹਦੇ ਵਿੱਚ ਰੱਖੀ ਗਈ ਹੈ ਕੌਨਸਟੀਟਿਊਸ਼ਨ ਦੇ ਵਿੱਚ ਕਿ ਕਿਸੇ ਵੀ ਵਿਅਕਤੀ ਨੂੰ ਆਪਣੇ ਖਿਲਾਫ ਗਵਾਹੀ ਦੇਣ ਤੇ ਮਜਬੂਰ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਰਲਦਾ ਮਿਲਦਾ ਸਾਡਾ ਸਵਾਲ ਹੈ ਦਰਸ਼ਕਾਂ ਦੇ ਲਈ ਕਿ ਆਪਾਂ ਆਮ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ ਕਿਸੇ ਜਿਹੜਾ ਦੋਸ਼ੀ ਹੈ ਉਸ ਨੂੰ ਲਾਈ ਡਿਟੈਕਟਰ ਟੈਸਟ ਦੇ ਵਿੱਚ ਲੈ ਕੇ ਗਏ ਆ, ਜਾਂ ਅੱਜ ਕੱਲ੍ਹ ਨਾਰਕੋ ਟੈਸਟ ਚੱਲੇ ਹਨ। ਕੀ ਇਹ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜਦ ਇਹ ਟੈਸਟ ਹੁੰਦਾ ਹੈ ਤਾਂ ਉਹ ਜਿਹੜਾ ਵਿਅਕਤੀ ਹੈ ਉਹ ਆਪਣੇ ਹੋਸ਼-ਓ-ਵਾਚ ਪੂਰੇ ਤਰੀਕੇ ਨਹੀਂ ਹੁੰਦਾ ਜੀ, ਤਾਂ ਕੀ ਇਹ ਜਿਹੜਾ ਸਾਡਾ ਸੰਵਿਧਾਨ ਦੇ ਵਿੱਚ ਦੋਸ਼ੀ ਦੇ ਦਿੱਤੇ ਹੋਏ ਹੱਕ ਹਨ ਉਹਦੀ ਉਲੰਘਣਾ ਨਹੀਂ ਹੈ ਜੀ? ਜੀ ਦੇਖੋ, ਜਿਹੜਾ ਮੇਨ ਬੇਸਿਕ ਜਿਹੜੀ ਲਾਅ ਹੈ, ਜਿਹੜੀ ਕ੍ਰਿਮੀਨਲ ਜੂਰਿਸਪ੍ਰੂਡੈਂਸ ਹੈ, ਉਹਦੇ ਵਿੱਚ ਇੱਕ ਸਾਡੀ ਲੀਗਲ ਟਰਮ ਅਸੀਂ ਆਮ ਤੌਰ ਤੇ ਵਰਤਦੇ ਹਾਂ, ਪ੍ਰੀਜ਼ੰਪਸ਼ਨ ਆਫ ਇਨੋਸੈਂਸ। ਇਹਦਾ ਮਤਲਬ ਕਿ ਜਿੰਨੀ ਦੇਰ ਤੱਕ ਦੋਸ਼ੀ ਉੱਤੇ ਅਸੀਂ ਦੋਸ਼ ਸਾਬਤ ਨਹੀਂ ਕਰ ਲੈਂਦੇ ਅਸੀਂ ਉਹਨੂੰ ਬੇਗੁਨੇਗਾਰ ਹੀ ਸਮਝਾਂਗੇ। ਇੱਦਾਂ ਹੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ ਲਾਈਵ ਡਿਟੈਕਟਿਵ ਦੀ, ਜਾਂ ਜਿਹੜੀ ਆਪਾਂ ਪੋਲੀਗ੍ਰਾਫਿਕ ਟੈਸਟ ਹੁੰਦਾ, ਜਾਂ ਜਿਹੜਾ ਆਪਾਂ ਨਾਰਕੋ ਟੈਸਟ ਹੁੰਦਾ, ਇਹ ਜਿਹੜੇ ਸਾਰੇ ਹੀ ਐਡਮਿਸਿਬਲ ਨਹੀਂ ਆ ਇਨ ਦਾ ਕੋਰਟ ਆਫ ਲਾ। ਉਹਦਾ ਰੀਜ਼ਨ ਇਹ ਹੈ ਕਿ ਜਿਹੜੇ ਵੀ ਇਹ ਟੈਸਟ ਥਾਣੇ 'ਚ ਕੀਤੇ ਜਾਂਦੇ ਹਨ ਜਾਂ ਬਿਨਾਂ ਦੋਸ਼ੀ ਦੀ ਜਿਹੜੀ ਵਿਲਿੰਗਨੈਸ ਤੋਂ ਜਾਂ ਬਿਨਾਂ ਉਹਦੀ ਮਰਜ਼ੀ ਤੋਂ ਜਿਹੜੇ ਉਹਦੇ ਟੈਸਟ ਲਏ ਜਾਂਦੇ ਹਨ, ਜਾਂ ਉਹਦੀ ਜਿਹੜੀ ਕਨਫੈਸ਼ਨਲ ਸਟੇਟਮੈਂਟ ਜਿਹਨੂੰ ਆਪਾਂ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਸਟੇਟਮੈਂਟ ਕਹਿ ਦਿੰਦੇ ਹਨ, ਉਹ ਸਟੇਟਮੈਂਟ ਉਹ ਹੁੰਦੀ ਹੈ ਜਿਹੜੀ ਮਾਨਯੋਗ ਅਦਾਲਤ ਤੋਂ ਬਾਹਰ ਲਈ ਗਈ ਹੋਵੇ। ਚਾਹੇ ਉਹ ਕੋਈ ਉਹਦਾ ਟੈਸਟ ਕੀਤਾ ਗਿਆ ਹੋਵੇ, ਉਹਦਾ ਲਾਈਵ ਟੈਸਟ ਕੀਤਾ ਗਿਆ ਹੋਵੇ, ਉਹਦੀ ਕੋਈ ਰਿਪੋਰਟ ਹੋਵੇ, ਚਾਹੇ ਕੋਈ ਵੀ ਸਟੇਟਮੈਂਟ ਜਿਹੜੀ ਮਾਨਯੋਗ ਅਦਾਲਤ ਤੋਂ ਬਾਹਰ ਥਾਣੇ 'ਚ ਉਹਨੂੰ ਡਰਾ ਕੇ ਲਈ ਗਈ ਹੋਵੇ, ਉਹਦੀ ਮਾਨਯੋਗ ਅਦਾਲਤ 'ਚ ਕੋਈ ਵੈਲਿਊ ਨਹੀਂ ਹੈ, ਉਹਦੀ ਐਵੀਡੈਂਸ ਐਕਟ ਦੇ ਹਿਸਾਬ ਨਾਲ ਵੀ ਕੋਈ ਵੈਲਿਊ ਨਹੀਂ ਹੈ। ਵਕੀਲ ਸਾਹਿਬ, ਇਸ ਤੋਂ ਅਗਲਾ ਸਵਾਲ ਸਾਡਾ ਇਹ ਹੈ ਕਿ ਆਪਾਂ ਦੋਸ਼ੀਆਂ ਦੀ ਪਰਿਭਾਸ਼ਾ ਬਾਰੇ ਗੱਲ ਕੀਤੀ, ਖਾਸ ਤੌਰ ਤੇ ਸਾਡੇ ਦਰਸ਼ਕਾਂ ਨੂੰ ਆਹ ਗੱਲ ਦੱਸੋ ਕਿ ਜਿਹੜੀਆਂ ਔਰਤਾਂ ਹਨ ਜਾਂ ਬੱਚੇ ਹਨ ਉਹ ਦੋਸ਼ੀਆਂ ਦੇ ਲਈ ਕੀ ਕੋਈ ਖਾਸ ਅਧਿਕਾਰ ਹਨ ਜੀ? ਜੀ, ਇੱਦਾਂ ਹੈ ਕਿ ਜਿਹੜੀ ਦੋਸ਼ੀਆਂ ਦੀ ਜਿਹੜੀ ਅਸੀਂ ਜੇ ਪਹਿਲਾਂ ਆਪਾਂ ਗੱਲ ਕਰੀਏ ਕਿ ਬੱਚਿਆਂ ਦਾ ਜਾਂ ਗੱਲ ਕਰੀਏ ਔਰਤਾਂ ਦਾ ਜਿਹੜਾ ਮੇਨ ਜਿਹੜੇ ਅਧਿਕਾਰ ਬਿਲਕੁਲ ਉਹਨਾਂ ਦੇ ਨਾਲ ਮੈਚ ਕਰਦੇ ਨੇ ਕਿ ਅਧਿਕਾਰ ਸਾਰੇ ਦੇ ਸੇਮ ਨੇ,
ਪਰ ਫਿਰ ਵੀ ਥੋੜ੍ਹੇ ਜਿਹੇ, ਕਿਉਂਕਿ ਬੀਇੰਗ ਵੂਮਨ ਉਹਨਾਂ ਨੂੰ ਥੋੜ੍ਹੀ ਜਿਹੀ ਜਿਹੜੀ ਆ ਅਧਿਕਾਰ ਥੋੜ੍ਹੇ ਜ਼ਿਆਦਾ ਨੇ। ਉਹ ਅਧਿਕਾਰ ਇਹ ਹੈ ਕਿ ਪਹਿਲਾਂ ਤੇ ਕੋਈ ਵੀ ਜਿਹੜੀ ਔਰਤ ਆ, ਜੇ ਉਹਨਾਂ ਦੇ ਖਿਲਾਫ ਕੋਈ ਮੁਕੱਦਮਾ ਦਰਜ ਹੁੰਦਾ ਹੈ, ਜੇ ਉਹਨੂੰ ਕੋਈ ਅਰੈਸਟ ਕਰਨ ਜਾਏਗਾ ਤਾਂ ਇੱਕ ਜਿਹੜੀ ਫੀਮੇਲ ਕਾਂਸਟੇਬਲ ਨਾਲ ਹੋਣੀ ਲਾਜ਼ਮੀ ਹੈ। ਅਗਲੀ ਗੱਲ ਇਹ ਹੈ ਕਿ ਕਿਸੇ ਵੀ ਜੇ ਔਰਤ ਨੂੰ ਤੁਸੀਂ ਅਰੈਸਟ ਕਰਨਾ ਹੈ ਤੇ ਸੂਰਜ ਡੁੱਬਣ ਤੋਂ ਬਾਅਦ ਜਾਂ ਅਗਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਉਹਨੂੰ ਤੁਸੀਂ ਅਰੈਸਟ ਨਹੀਂ ਕਰ ਸਕਦੇ। ਪਰ ਇਹਦੇ ਨਾਲ ਹੀ ਇੱਕ ਉਹਦੀ ਪ੍ਰੋਵਾਈਜ਼ੋ ਹੈ, ਉਹ ਇਹ ਹੈ ਕਿ ਜੇ ਤੁਹਾਨੂੰ ਕੋਈ ਐਸੇ ਹਾਲਾਤ ਲੱਗਦੇ ਹਨ ਕਿ ਉਸ ਔਰਤ ਨੂੰ ਸੂਰਜ ਡੁੱਬਣ ਤੋਂ ਬਾਅਦ ਅਰੈਸਟ ਕਰਨਾ ਲਾਜ਼ਮੀ ਹੈ, ਤੇ ਉਸ ਜਿਹੜਾ ਅਰੈਸਟਿੰਗ ਅਫਸਰ ਹੋਏਗਾ ਉਹਨੂੰ ਮਾਨਯੋਗ ਜਿਹੜੇ ਮੈਜਿਸਟ੍ਰੇਟ ਕੋਲੋਂ ਰਿਟਨ 'ਚ ਜਿਹੜੇ ਵਾਰੰਟ ਆਫ ਅਰੈਸਟ ਲੈਣੇ ਪੈਣਗੇ ਤੇ ਫਿਰ ਉਸ ਔਰਤ ਨੂੰ ਜਿਹੜਾ ਅਰੈਸਟ ਕਰ ਸਕਦੇ ਹਨ। ਪਰ ਜੇ ਕਿਸੇ ਔਰਤ ਨੇ ਅਫੈਂਸ ਜਿਹੜਾ ਹੀਨੀਅਸ ਅਫੈਂਸ ਕੋਈ ਕੀਤਾ ਹੈ, ਜਿਹਦੀ ਸਜ਼ਾ ਉਮਰ ਕੈਦ ਹੈ, ਜਿਹਦੀ ਸਜ਼ਾ ਫਾਂਸੀ ਹੈ, ਉਹਦੇ ਵਿੱਚ ਜਾਂ ਜਿਹਦੀ ਸਜ਼ਾ ਡੈਥ ਪੈਨਲਟੀ ਹੈ, ਉਹਦੇ ਵਿੱਚ ਇਹ ਚੀਜ਼ਾਂ ਨੂੰ ਜਿਹੜਾ ਵਾ ਨਹੀਂ ਇਹਨੂੰ ਫੋਲੋ ਅਪ ਕੀਤਾ ਜਾਊਗਾ। ਰਹੀ ਗੱਲ ਬੱਚਿਆਂ ਦੀ, ਬੱਚਿਆਂ ਨੂੰ ਕਾਨੂੰਨ ਦੀ ਜਿਹੜੀ ਭਾਸ਼ਾ 'ਚ ਜੁਵਲਾਈਨ ਕਿਹਾ ਜਾਂਦਾ ਹੈ। ਜੁਵਲਾਈਨ ਇੱਕ ਆਪਣਾ ਜੁਵਲਾਈਨ ਐਂਡ ਕੇਅਰ ਬੋਰਡ ਸਾਡਾ ਹਰ ਇੱਕ ਅਦਾਲਤ 'ਚ ਇੱਕ ਬਣਿਆ ਹੋਇਆ ਹੈ, ਜੁਵਲਾਈਨ ਜਸਟਿਸ ਬੋਰਡ ਜਿਹਨੂੰ ਆਪਾਂ ਕਹਿੰਦੇ ਆ। ਬੱਚੇ ਜਿਹੜੇ 18 ਸਾਲ ਤੋਂ ਘੱਟ ਹਨ, ਜੇ ਉਹਨਾਂ ਕੋਲੋਂ ਕੋਈ ਕ੍ਰਾਈਮ ਹੁੰਦਾ ਹੈ ਤੇ ਉਹਨਾਂ ਦਾ ਕ੍ਰਾਈਮ ਜਿਹੜਾ ਹੈ ਉਹ ਜੁਵਲਾਈਨ ਕੋਰਟ ਵਿੱਚ ਚੱਲਦਾ ਹੈ। ਉਹਦੇ ਲਈ ਵੱਖਰੀ ਕੋਰਟ ਹੈ। ਜੁਵਲਾਈਨ ਕੋਰਟ ਜਾਂ ਜੁਵਲਾਈਨ ਐਕਟ ਦੇ ਵਿੱਚ ਵੀ ਲਿਖਿਆ ਗਿਆ ਹੈ ਕਿ ਜਿਹੜੀ ਬੱਚਿਆਂ ਦੀ ਅਦਾਲਤ ਹੈ ਉਹ ਘੱਟੋ ਘੱਟ 6 ਮਹੀਨੇ ਦਾਇਰੇ ਤੇ ਜਿਹੜੀ ਮੇਨ ਅਦਾਲਤ ਹੈ ਉਹਦੇ ਵਿੱਚ ਨਹੀਂ ਆਣੀ ਚਾਹੀਦੀ, ਉਹ ਅਦਾਲਤ ਉਸ ਤੋਂ ਦੂਰ ਬਣਨੀ ਚਾਹੀਦੀ ਹੈ। ਤੇ ਬੱਚਿਆਂ ਦਾ ਕੇਸ ਜਿਹੜਾ ਉੱਥੇ ਚੱਲਦਾ। ਹਰ ਵਾਰ ਦੀ ਤਰ੍ਹਾਂ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਹੋਰ ਵਧਾ ਸਕੀਏ, ਤੇ ਅਸੀਂ ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਸਾਡੇ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਊਗਾ। ਅਗਲੀ ਵਾਰ ਕੋਈ ਇਹੋ ਜਿਹੇ ਵਿਸ਼ੇ ਦੇ ਨਾਲ ਅਤੇ ਇਹੋ ਜਿਹੇ ਮਾਹਰ ਦੇ ਨਾਲ ਤੁਹਾਡੇ ਫੇਰ ਰੂਬਰੂ ਹੋਵਾਂਗੇ। ਤਦ ਤੱਕ ਬਹੁਤ ਬਹੁਤ ਧੰਨਵਾਦ। ਨਮਸਕਾਰ।